देश दुनिया च वसदे पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने डॉक्टर SP सिंह, साबका वाइस चांसलर गुरु नानक देव यूनिवर्सिटी अमृतसर। चंगे समीखक ने, विश्लेषण स्ट्रीक करते हैं। डॉक्टर साहब जी आया। शुक्रिया दोस्तों, कांग्रेस का कलेश लॉजिकल एंड तक पहुंच गया। कैप्टन अमरिंदर सिंह ने पेशी भुगत ली 3 मैंबरी कमेटी सामने, लेकिन जेडे तत्थ उभर के सामने आ रहे हैं वो दिलचस्प ने। कैप्टन अमरिंदर सिंह नूं ਪ੍ਰੀਖਿਆ ਦੇ ਵਿੱਚ ਖੜਾ ਕਰਨ ਵਾਲੇ ਸਾਰੇ ਇਹ ਸ਼ਾਇਦ ਸੋਚ ਰਹੇ ਸੀਗੇ ਕਿ ਹੁਣ ਕੁਝ ਨਾ ਕੁਝ ਹੋਊਗਾ, ਲੇਕਿਨ ਜਿਵੇਂ ਜਿਵੇਂ ਹਾਲਾਤ ਬਦਲਦੇ ਗਏ, ਜਿਵੇਂ ਜਿਵੇਂ ਸੁਖਪਾਲ ਸਿੰਘ ਖਹਿਰਾ ਹੋਣਾ ਦੀ ਐਂਟਰੀ ਤੋਂ ਬਾਅਦ ਦਾ ਪ੍ਰਕਰਨ ਹੈ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਫੀ ਆਤਮ ਵਿਸ਼ਵਾਸੀ ਨਜ਼ਰ ਆਏ ਆ। ਉਹਨਾਂ ਦੀ ਬਾਡੀ ਲੈਂਗੁਏਜ ਇਹ ਦਰਸਾਉਂਦੀ ਸੀ ਕਿ ਬਹੁਤੇ ਖਤਰੇ ਵਾਲੀ ਗੱਲ ਹੈ ਨਹੀਂ। ਵਫਾਦਾਰੀਆਂ ਬਦਲੀਆਂ ਨੇ। ਜਿਹੜੇ ਮਿਨਿਸਟਰ ਪਰਛਾਵੇਂ ਮੰਗ ਨਾਲ ਰਹਿੰਦੇ ਸੀ ਉਹਨਾਂ ਦੀ ਜਗ੍ਹਾ ਕੁਝ ਹੋਰ ਲੋਕਾਂ ਨੇ ਲੈ ਲਈ, ਉਹ ਨਾਲ ਨਜ਼ਰ ਨਹੀਂ ਆਏ। ਇਸ ਕਵਾਇਦ ਦੇ ਵਿੱਚ ਵਫਾਦਾਰੀਆਂ ਦਾ ਵੀ ਪਤਾ ਲੱਗਿਆ ਕਿ ਕੌਣ ਕਿਹਦੇ ਨਾਲ ਖੜਾ ਹੈ। ਜਿਹੜੇ ਮੁੱਦੇ ਉਭਾਰੇ ਗਏ ਸੀ ਬੇਅਦਬੀ ਮਾਮਲਿਆਂ ਤੋਂ ਲੈ ਕੇ ਜਿੰਨਾ ਵੀ ਮਾਫੀਆ ਕਲਚਰ ਉਹਦੀ ਗੱਲ, ਉਹਦੇ ਵੀ ਕਈ ਕੱਚੇ ਚੱਠੇ ਖੋਲੇ ਗਏ ਨੇ। ਪਤਾ ਲੱਗਿਆ ਕਿ ਜਿਹੜੇ ਮਿਨਿਸਟਰ ਔਰ MLA ਇਹ ਸ਼ਿਕਾਇਤ ਕਰਨ ਗਏ ਸੀਗੇ ਕਿ ਸਾਡੇ ਨਾਲ ਜੱਗੋਂ 13ਵੀਂ ਹੋ ਰਹੀ ਆ, ਅਫਸਰਸ਼ਾਹੀ ਭਾਰੂ ਹੋ ਗਈ। ਉੱਥੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜਿੰਨੇ ਵੀ ਸ਼ਿਕਵੇ ਸੀ ਨਿਪਟਾਰਾ ਕਰਦੇ ਨਜ਼ਰ ਆਏ। 3 ਘੰਟੇ ਦੀ ਕਵਾਇਦ ਵਿੱਚ ਸ਼ਾਇਦ ਇਹ ਪੱਖ ਰੱਖਿਆ ਗਿਆ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਕਿ ਕਿਹੜੇ ਕਿਹੜੇ ਮਿਨਿਸਟਰ MLA ਨੇ ਕਿਹੜੇ ਇਤਰਾਜ਼ ਉਠਾਏ, ਲੇਕਿਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਜਵਾਬ ਦਿੰਦਿਆਂ ਬਦਲਵੇਂ ਇਤਰਾਜ਼ ਦਰਜ ਕਰਾਏ ਆ ਕਿ ਬਹੁਤ ਸਾਰੇ ਲੋਕਾਂ ਨੂੰ ਬਰਦਾਸ਼ਤ ਕੀਤਾ ਜਾ ਰਿਹਾ ਕਿਉਂਕਿ ਪਾਰਟੀ ਦਾ ਸਵਾਲ ਸੀ, ਅਕਸ ਦਾ ਸਵਾਲ ਸੀ। ਔਰ ਇਸ ਤੋਂ ਵੀ ਅਗਲੀ ਗੱਲ ਕਿ ਨਵਜੋਤ ਸਿੰਘ ਸਿੱਧੂ ਨੂੰ ਭਾਰੀ ਸਮਰਥਨ ਮਿਲਦਾ ਨਜ਼ਰ ਨਹੀਂ ਆਇਆ। MLA ਮੰਤਰੀ ਆਪਣੇ ਰੋਣੇ ਜ਼ਰੂਰ ਰੋਂਦੇ ਰਹੇ, ਲੇਕਿਨ ਨਵਜੋਤ ਸਿੰਘ ਸਿੱਧੂ ਨੂੰ ਸਮਰਥਨ ਦੇ ਸਵਾਲ ਤੇ ਬਹੁਤਿਆਂ ਨੇ ਦਬਵੀਂ ਸੁਰ ਦੇ ਵਿੱਚ ਆਪਣਾ ਪੱਖ ਚੁੱਪ ਚਪੀਤੇ ਖਿੱਚ ਲਿਆ। ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਤੇ ਸਵਾਲ ਉੱਠਦੇ ਰਹੇ, ਉਹਨਾਂ ਨੂੰ ਬਦਲਣ ਦਾ ਸਵਾਲ ਕਿਸੇ ਨੇ ਸ਼ਾਇਦ ਨਹੀਂ ਪਾਇਆ, ਲੇਕਿਨ ਮੀਡੀਆ ਦੇ ਵਿੱਚ ਖਬਰਾਂ ਜ਼ੋਰ ਨਾਲ ਘੁੰਮਦੀਆਂ ਰਹੀਆਂ ਕਿ ਸ਼ਾਇਦ ਇਹ ਕਵਾਇਦ ਮੁੱਖ ਮੰਤਰੀ ਬਣਦੀ ਆ। ਡਾਕਟਰ SP ਸਿੰਘ ਕਹਿੰਦੇ ਰਹੇ ਕਿ ਐਸਾ ਕੁਝ ਨਹੀਂ ਹੈ। ਹੋਰ ਸਾਰੇ ਵਿਸ਼ਲੇਸ਼ਕ ਵੀ ਬਹੁਤ ਸਾਰੇ ਇਹ ਗੱਲ ਕਹਿ ਰਹੇ ਸੀ। ਡਾਕਟਰ ਸਾਹਿਬ, ਮੁੱਖ ਮੰਤਰੀ ਸੁਰੱਖਿਅਤ ਨੇ ਔਰ ਉਨੇ ਕਮਜ਼ੋਰ ਵੀ ਨਹੀਂ ਹੋਏ। ਜਿਹੜੇ ਬਾਗੀ ਸੀਗੇ ਉਹਨਾਂ ਦੀ ਕਿਸੇ ਇੱਛਾ ਨੂੰ ਬੂਰ ਪਊਗਾ ਕਿ ਨਹੀਂ ਪਊਗਾ, ਇਹ ਵੀ ਹੁਣ ਅਜੇ ਮੰਝ ਧਾਰ ਚ ਗੱਲ ਫਸ ਗਈ ਹੈ। ਕੁਝ ਨਵੇਂ MP ਤੁਰੇ ਨਾਲ ਫਿਰਦੇ ਆ ਤੇ ਪੁਰਾਣੇ ਵਜ਼ੀਰ ਜਿਹੜੇ ਕਦੇ ਪਰਛਾਵੇਂ ਮੰਗ ਸੀ, ਜਿਨ੍ਹਾਂ ਨੂੰ ਹੱਥੀਂ ਪਾਲਿਆ ਸੀ, ਉਹਨਾਂ ਦੀ ਗੈਰ ਹਾਜ਼ਰੀ ਸੁਣਿਆ ਰੜਕਦੀ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਵਾਂ ਵਿਸ਼ਲੇਸ਼ਣ ਰਾਤੀ ਕਪੂਰਥਲਾ ਹਾਊਸ ਤੋਂ ਸ਼ੰਗਰੀਲਾ ਹੋਟਲ ਤੱਕ ਜਿਹੜੇ ਲੋਕਾਂ ਦੀ ਹਾਜ਼ਰੀ ਸੀ ਉਹ ਕੁਝ ਵੱਖਰੇ ਤਰ੍ਹਾਂ ਦੀ ਸੀ, ਰੂਟੀਨ ਨਾਲੋਂ ਹਟ ਕੇ। ਕੀ ਕਹਿੰਦੇ ਹੋ? देखो, एक गल समझ के चलिए कि एक गल बिल्कुल स्पष्ट है, कोई भी पोलिटिकल पार्टी होवे, ਤੁਹਾਡੇ ਸਾਹਮਣੇ ਐਗਜ਼ਾਮਪਲ ਜੇ ਪੰਜਾਬ ਦੀ ਕਾਂਗਰਸ ਦੀ ਹੈ ਤੇ BJP ਦੀ UP ਦੀ ਵੀ ਹੈ, ਉੱਥੇ ਵੀ ਇਹਨੂੰ ਹਟਾਉਣ ਦੀ ਇੱਕ ਕਵਾਇਦ ਚੱਲੀ ਸੀ, ਲੇਕਿਨ ਨੈਟ ਰਿਜ਼ਲਟ ਆਇਆ ਕਿ ਇਲੈਕਸ਼ਨ ਨੇੜੇ ਨੇ, ਇਹ ਹਟਾਇਆ ਤੇ ਇਸ ਵੇਲੇ ਨਹੀਂ ਜਾ ਸਕਦਾ। ਸੋ ਜਦੋਂ ਪਹਿਲਾਂ ਇੱਕ ਐਕਸਪੈਰੀਮੈਂਟ ਕੀਤਾ ਸੀ ਕਿ ਬਰਾੜ ਉਹਨਾਂ ਨੂੰ ਹਟਾ ਕੇ ਭੱਠਲ ਉਹਨਾਂ ਨੂੰ ਬਣਾਇਆ ਸੀ, ਉਹਦੇ ਰਿਜ਼ਲਟ ਜ਼ਿਆਦਾ ਮਾੜੇ ਨਿਕਲੇ ਸਨ। ਸੋ ਇੱਕ ਗੱਲ ਤੇ ਤੋਂ ਕਲੀਅਰ ਹੈ ਕਿ ਇਸ ਵੇਲੇ ਕੋਈ ਚੀਫ ਮਿਨਿਸਟਰ ਜਿਹੜਾ ਹੈ ਉਹਦੀ ਜਿਹੜੀ ਹੈ ਉਹ ਬਦਲੀ ਨਹੀਂ ਹੋਣੀ। ਨਾਲ ਇਹ ਵੀ ਮੰਨ ਕੇ ਚੱਲੀਏ ਕਿ ਅਜੇ ਤੱਕ ਕਾਂਗਰਸ ਦੇ ਵਿੱਚ ਕੈਪਟਨ ਦੇ ਬਰਾਬਰ ਦਾ ਕੋਈ ਚਿਹਰਾ ਉੱਭਰ ਕੇ ਸਾਹਮਣੇ ਆਇਆ ਵੀ ਨਹੀਂ ਸੀ ਜਿਹੜਾ ਡਿਫਰੈਂਟ ਸਾਂਝਾ ਜਿਹੜਾ ਹੈ ਉਹ ਲੀਡਰ ਬਣ ਕੇ ਜਿਹੜਾ ਹੈ ਉਹ ਉੱਭਰਦਾ। ਨੰਬਰ 2 ਜਿਹੜੀ ਗੱਲ ਸਮਝ ਵਾਲੀ ਹੈ ਕਿ ਨਵਜੋਤ ਸਿੱਧੂ ਬਾਰੇ ਜਿਹੜਾ ਸੀ ਅੱਜ ਤੋਂ 10 ਦਿਨ ਪਹਿਲਾਂ ਹੀ ਕਲੀਅਰ ਹੋ ਗਿਆ ਸੀ। ਜਦੋਂ ਚੰਨੀ ਦੇ ਘਰ ਜਿਹੜੀ ਮੀਟਿੰਗ ਹੋਈ ਸੀ ਉਹਦੇ 'ਚ ਇੱਕ ਵਰਡ ਯੂਜ਼ ਕੀਤਾ ਗਿਆ ਸੀ ਕਿ ਟਕਸਾਲੀ ਕਾਂਗਰਸੀ ਇਕੱਠੇ ਹੋਏ, ਔਰ ਉਦੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਵੀ, ਚਰਨਜੀਤ ਚੰਨੀ ਨੇ ਵੀ ਔਰ ਸੁਨੀਲ ਜਾਖੜ ਨੇ ਇਹ ਗੱਲਾਂ ਕੀਤੀਆਂ ਸੀ, ਔਰ ਉਦੋਂ ਬਾਅਦ ਕੈਪਟਨ ਨੇ ਵੀ ਕੀਤੀਆਂ ਸੀ ਕਿ ਕੱਲ੍ਹ ਆਇਆ ਬੰਦਾ ਜਿਹੜਾ ਹੈ ਉਹ ਕਿਵੇਂ ਪਾਰਟੀ ਦੀ ਬਾਗਡੋਰ ਸੰਭਾਲ ਸਕਦਾ ਹੈ, ਕਿਵੇਂ ਉਹ ਸੀਨੀਅਰ ਹੋ ਸਕਦਾ ਹੈ, ਕਿਉਂਕਿ ਸਾਰਿਆਂ ਨੂੰ ਲੱਗਾ ਸੀ ਕਿ ਸਾਡੇ ਤੋਂ ਉੱਪਰ ਬਣ ਕੇ ਜਿਹੜਾ ਉਹ ਆਏਗਾ। ਨਾ ਇਹਦਾ ਕੇਡਰ ਹੈ ਤੇ ਨਾ ਇਹ ਕੰਸਟੀਚੁਐਂਸੀ ਦੇ ਵਿੱਚ ਕੁਝ ਯੂਥ ਇਹਦੇ ਨਾਲ ਜ਼ਰੂਰ ਨੇ, ਤੇ ਇਹ ਸਾਰੇ ਦੇ ਸਾਰੇ ਜਿਹੜੀ ਹੈ ਸਿਸਟਮ ਨੂੰ ਕਿਵੇਂ ਬਦਲ ਲਏਗਾ। ਨੰਬਰ 3 ਇਹ ਵੀ ਸੀ ਕਿ ਜੇਕਰ ਉਹਦੀ ਰਾਹੁਲ ਗਾਂਧੀ ਔਰ ਪ੍ਰਿਯੰਕਾ ਜਾਂ ਸੋਨੀਆ ਗਾਂਧੀ ਨਾਲ ਨੇੜਤਾ ਹੈ ਤੇ ਉਹ ਨੇੜਤਾ ਜਿਹੜੀ ਹੈ, ਜਿਵੇਂ ਕੱਲ੍ਹ ਵੀ ਦੱਸਿਆ ਸੀ, ਉਹ ਨੇੜਤਾ ਕਿਸੇ ਤਰ੍ਹਾਂ ਵੀ ਕੈਪਟਨ ਨਾਲੋਂ ਘੱਟ ਨਹੀਂ, ਬਲਕਿ ਕੈਪਟਨ ਨਾਲ ਬਹੁਤ ਪੁਰਾਣੀ ਜਿਹੜੀ ਹੈ ਉਹ ਇਹ ਮੰਨ ਲਓ ਕਿ ਇਹਨਾਂ ਦੇ ਵਿਆਹ ਤੋਂ ਪਹਿਲਾਂ ਰਾਜੀਵ ਗਾਂਧੀ ਦੇ ਸਮੇਂ ਤੋਂ ਕੈਪਟਨ ਦੀ ਜਿਹੜੀਆਂ ਸਬੰਧ ਸਨ ਔਰ ਨਿੱਜੀ ਸਬੰਧ ਸਨ, ਉਹ ਸਾਰੇ ਜਿਹੜੇ ਸਨ ਉਹ ਨਾਲ ਜਿਹੜੇ ਸਨ ਚੱਲਦੇ ਸਨ। 2 ਸੰਕੇਤ ਹੋਰ ਸਨ ਕਿ ਕੱਲ੍ਹ ਇੱਕ ਪਾਸੇ ਜਿਹੜਾ ਸੁਖਪਾਲ ਖਹਿਰਾ
ਤੇ ਉਹਦੇ ਦੋ ਸਾਥੀਆਂ ਨੂੰ ਸ਼ਾਮਲ ਕਰਵਾਉਣ ਦਾ ਮਤਲਬ ਇਹ ਸੀ ਕਿ ਹਾਈ ਕਮਾਂਡ ਨੇ ਇੱਕ ਮੈਸੇਜ ਦਿੱਤਾ ਸੀ ਕਿ ਕੈਪਟਨ ਬਾਰੇ ਬਿਲਕੁਲ ਇਹ ਨਹੀਂ ਕਹਿ ਸਕਦੇ ਕਿ ਅਸੀਂ ਹਾਈ ਕਮਾਂਡ ਵਾਲੇ ਉਦੋਂ ਬਿਲਕੁਲ ਉਲਟ ਨੇ। ਰਾਵਤ ਨੇ ਵੀ ਕਿਹਾ ਸੀ ਕਿ ਪੀਪੀਸੀ ਦੀ ਮੀਟਿੰਗ ਹੋਈ, ਉਹਦੇ 'ਚ ਲਿਸਟ ਆਈ, ਉਹਦੇ 'ਚ ਅਸੀਂ ਸ਼ਾਮਲ ਕਰ ਰਹੇ ਹਾਂ। ਨੰਬਰ 2, ਨਾਲ ਇਹ ਵੀ ਰਾਤੀ ਰਾਵਤ ਦਾ ਜਿਹੜਾ ਸੀ ਉਹ ਬਿਆਨ ਆ ਗਿਆ ਸੀ ਕਿ ਅਸੀਂ ਅਗਲੀ ਇਲੈਕਸ਼ਨ ਦੇ ਵਿੱਚ ਯੂਨਾਈਟਿਡ ਚਿਹਰਾ ਲੈ ਕੇ ਆਵਾਂਗੇ। ਮਤਲਬ ਕੱਲੇ ਜਿਵੇਂ ਪਿਛਲੀ ਇਲੈਕਸ਼ਨ ਸੀ ਉਹ ਇਲੈਕਸ਼ਨ ਕੈਪਟਨ ਦੇ ਨਾਂ ਤੇ ਲੜੀ ਗਈ ਸੀ ਕਿ ਐਤਕੀ ਜਿਹੜੀ ਹੈ ਉਹ ਇਲੈਕਸ਼ਨ ਯੂਨਾਈਟਿਡ ਚਿਹਰੇ ਦੇ ਨਾਂ ਤੇ ਲੜੀ ਜਾਏਗੀ, ਤਾਂ ਕਿ ਜਿਹੜਾ ਡਿਫਰੈਂਸ ਆਪੋ 'ਚ ਹੈ ਨੇ ਉਹ ਕਿਤੇ ਚੋਣਾਂ ਹਰਾਣ ਤੇ ਜਿੱਤਣ 'ਚ ਨੁਕਸਾਨ ਨਾ ਹੋਵੇ। ਸਰ ਬੇਨਤੀ, ਕਿਉਂਕਿ ਕੁਝ ਸਵਾਲ ਐਸੇ ਸੀਗੇ ਜਿਨ੍ਹਾਂ ਨੂੰ ਅੱਜ ਦਿਨ ਭਰ ਮੈਂ ਖੰਗਾਲਿਆ। ਬਹੁਤ ਸਾਰੇ ਉਹ ਲੋਕ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸ਼ਾਮ ਨੂੰ ਸੀ, ਉਹਨਾਂ ਚੋਂ ਇੱਕ ਤੋਂ ਵੱਧ ਲੋਕਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ ਜਿਹੜੇ ਉਸ ਘੇਰੇ ਦੇ ਵਿੱਚ ਵਿਚਰਦੇ ਰਹੇ। ਮੈਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਹਾਵ ਭਾਵ ਕਿਹੋ ਜਿਹਾ ਸੀ, ਮਨੋਭਾਵ ਕਿਹੋ ਜਿਹਾ ਸੀ, ਬਾਡੀ ਲੈਂਗੁਏਜ ਕਿਹੋ ਜਿਹੀ ਸੀ, ਗੱਲਬਾਤ ਦਾ ਅੰਦਾਜ਼ ਕੀ ਸੀਗਾ। ਤੇ ਉਸ ਸਾਰੀ ਕਵਾਇਦ ਦੇ ਵਿੱਚੋਂ ਇਹ ਗੱਲ ਨਿੱਤਰ ਕੇ ਆਈ, ਕੈਪਟਨ ਅਮਰਿੰਦਰ ਸਿੰਘ ਪੂਰੀ ਤਿਆਰੀ ਨਾਲ ਦਿੱਲੀ ਗਏ, ਦਸਤਾਵੇਜ਼ਾਂ ਦੇ ਨਾਲ ਦਿੱਲੀ ਪਹੁੰਚੇ। ਇੱਕ ਚੀਜ਼, ਜਿਵੇਂ ਕਿਉਂਕਿ ਇੱਕ ਗੱਲ ਚੱਲਦੀ ਪਈ ਸੀ ਕਿ ਸਾਰੇ ਐਮਐਲਏ ਜਾਂ ਵਜ਼ੀਰ ਜਿਹੜੇ ਸ਼ਿਕਵੇ ਰੱਖ ਰਹੇ ਕਿ ਅਫਸਰਸ਼ਾਹੀ ਬੜੀ ਭਾਰੂ ਹੋ ਗਈ, ਜਾਂ ਜਿੰਨੀਆਂ ਵੀ ਸਾਰੀਆਂ ਗੱਲਾਂ ਸੀਗੀਆਂ, ਉਹਨਾਂ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਆਪਣੀ ਸਰਕਾਰ ਦੀ ਖਾਮੀ ਲਈ ਉਹਨਾਂ ਨੂੰ ਕਿਹਾ ਮੈਨੂੰ ਦੱਸੋ, ਪ੍ਰੂਫ ਦੱਸੋ, ਕਿਹੜੀ ਗੱਲ ਕਿਸੇ ਐਮਐਲਏ ਨੇ ਕਹੀ ਮੈਨੂੰ ਦੱਸੋ ਕਿ ਮੇਰੇ ਖਿਲਾਫ। ਇੱਕੋ ਗੱਲ ਬੇਅਦਬੀ ਮਾਮਲਿਆਂ ਦੇ ਕੋਰਟ ਵਿੱਚ ਕੇਸ ਨੂੰ ਲੈ ਕੇ, ਕਾਰਜਸ਼ੈਲੀ ਨੂੰ ਲੈ ਕੇ ਉਹ ਵੀ ਤੱਥ ਪੇਸ਼ ਕੀਤੇ ਗਏ ਆ। ਔਰ ਉਸ ਤੋਂ ਅਗਲੀ ਗੱਲ ਇਹ ਸੀਗੀ ਕਿ ਜਿਹੜੇ ਇਤਰਾਜ਼ ਉਠਾਏ ਗਏ ਉਹਨਾਂ ਦਾ ਜਵਾਬ ਦਿੱਤਾ ਗਿਆ, ਲੇਕਿਨ ਨਵੇਂ ਜਿਹੜੇ ਇਤਰਾਜ਼ ਉਠਾਏ ਗਏ ਉਹਨਾਂ ਦਾ ਜਵਾਬ ਕੌਣ ਦੇਊਗਾ? ਮੰਤਰੀਆਂ ਦੇ ਖਿਲਾਫ ਜਿਹੜੀਆਂ ਗੱਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਕੋਲ ਰੱਖੀਆਂ, ਜਿਹੜੀ ਡਿਸਪਲਿਨ ਭੰਗ ਕਰਨ ਦੀ ਕਾਰਵਾਈ ਨਵਜੋਤ ਸਿੰਘ ਸਿੱਧੂ ਵੱਲੋਂ ਹੁੰਦੀ ਰਹੀ, ਉਹ ਗੱਲਾਂ ਰੱਖੀਆਂ। ਹੁਣ ਉਹਨਾਂ ਦੇ ਜਵਾਬ ਦੇਣ ਲਈ ਜਾਂ ਤਾਂ ਕਮੇਟੀ ਦੁਬਾਰਾ ਉਹਨਾਂ ਲੋਕਾਂ ਨੂੰ ਸੱਦੇ, ਲੇਕਿਨ ਸੁਣਿਆ ਹੈ ਕਿ ਇਹ ਕਮੇਟੀ ਤੁਰੰਤ ਪ੍ਰਭਾਵ ਨਾਲ ਆਪਣੀ ਰਿਪੋਰਟ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਪੇਸ਼ ਕਰਨ ਵਾਲੀ ਹੈ ਮੰਗਲਵਾਰ ਤੱਕ। ਜਿਹੜੇ ਖੜਗੇ ਨੇ ਜਦੋਂ ਵਾਪਸ ਆਉਣਗੇ, ਆਪਣੇ ਜਿਹੜੇ ਕਨਸਟੀਟੂਐਂਸੀ ਤੋਂ ਵਾਪਸ ਆਉਣਗੇ ਔਰ ਉਹਨਾਂ ਦੇ ਸਾਈਨਾਂ ਨਾਲੇ ਜਾਣੀ। ਸੋ ਮੇਰਾ ਸਵਾਲ ਇਹ ਸੀਗਾ ਕਿ ਜਿਹੜੇ ਲੋਕ ਪਿਛਲੇ 15 ਦਿਨਾਂ 'ਚ ਸੋਚ ਰਹੇ ਸੀ ਕਿ ਹਾਈ ਕਮਾਂਡ ਦੇ ਦਖਲ ਤੋਂ ਬਾਅਦ ਅਸੀਂ ਜਿਹੜੀਆਂ ਸ਼ਿਕਾਇਤਾਂ ਲਾਵਾਂਗੇ ਉਹਦੇ ਆਧਾਰ ਤੇ ਕੋਈ ਤਬਦੀਲੀ ਵਾਪਰ ਜਾਊਗੀ, ਉਹ ਤਬਦੀਲੀ ਬਿਲਕੁਲ ਨਹੀਂ ਵਾਪਰ ਰਹੀ। ਰਾਦਰ ਕਈ ਲੋਕ ਇਸ ਸਾਰੇ ਘਟਨਾਕ੍ਰਮ 'ਚ ਕੈਪਟਨ ਅਮਰਿੰਦਰ ਸਿੰਘ ਕੈਂਪ ਚੋਂ ਦੂਜੇ ਕੈਂਪ 'ਚ ਚਲੇ ਗਏ ਔਰ ਕਈ ਲੋਕ ਜਿਹੜੇ ਹਾਸ਼ੀਏ ਤੇ ਸੀ ਉਹ ਕੈਪਟਨ ਕੈਂਪ ਦੇ ਵਿੱਚ ਆ ਗਏ। ਇਹਦਾ ਮਤਲਬ ਇਲੈਕਸ਼ਨ ਤੋਂ ਪਹਿਲਾਂ ਇਹ ਸਿਆਸਤ ਹੋਰ ਜ਼ੋਰ ਨਾਲ ਅੰਦਰ ਹੋਊਗੀ, ਅੰਦਰ ਦੀ ਸਿਆਸਤ, ਚਿਹਰਿਆਂ ਨੂੰ ਬਦਲਣ ਦੀ ਸਿਆਸਤ ਹੋਊਗੀ। ਕੁਝ ਪਾਵਰ ਦੇ ਵਿੱਚ ਰਹਿ ਕੇ ਵੀ ਪਾਵਰ 'ਚ ਨਹੀਂ ਹੋਣਗੇ ਤੇ ਕੁਝ ਲੋਕ ਪਾਵਰ ਤੋਂ ਬਾਹਰ ਜਿਹੜੇ ਮਿਨਿਸਟਰ ਨਹੀਂ ਵੀ ਹੋਣਗੇ ਉਹ ਜ਼ਿਆਦਾ ਪਾਵਰਫੁਲ ਹੋ ਜਾਣਗੇ। ਤੁਹਾਡੀ ਟਿੱਪਣੀ? ਦੇਖੋ, ਪਹਿਲੀ ਗੱਲ ਤੇ ਸਮਝੋ ਕਿ ਜਿਹੜੀਆਂ ਤੁਸੀਂ ਗੱਲਾਂ ਸਾਰੀਆਂ ਕਰ ਰਹੇ ਹੋ, ਇਹ ਗੱਲਾਂ ਜਿਹੜੀਆਂ ਨੇ ਕੋਈ ਅਥੈਂਟਿਕ ਜਿਹੜੀਆਂ ਨਹੀਂ ਹੈ, ਇਹ ਅੰਦਾਜ਼ੇ ਨੇ। ਇਸ ਗੱਲ 'ਚ ਕੈਪਟਨ ਦੀ ਸਭ ਤੋਂ ਵੱਡੀ ਜਿਹੜੀ ਹੈ ਉਹਦੇ ਲਈ ਸਕੂਨ ਦੀ ਗੱਲ ਇਹ ਹੈ ਕਿ ਉਹਦੇ ਚੀਫ ਮਿਨਿਸਟਰ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ, ਸ਼ਾਇਦ ਉਹ ਪਹਿਲੇ ਦਿਨ ਤੋਂ ਵੀ ਨਹੀਂ ਸੀ। ਪਰ ਇਹ ਗੱਲ ਮੰਨ ਕੇ ਚੱਲੋ ਕਿ ਜਿੰਨੇ ਵੀ ਮੈਜੋਰਟੀ ਐਮਐਲਏ ਵੀ ਨਹੀਂ ਹੈ, 2/3 ਐਮਐਲਏ ਜਾਂ ਮਿਨਿਸਟਰ ਜਿਹੜੇ ਮਿਲੇ ਨੇ, ਉਹਨਾਂ ਨੇ ਕੈਪਟਨ ਦੀ ਕਾਰਜਸ਼ੈਲੀ ਦੇ ਉੱਤੇ ਜਿਹੜੇ ਨੇ ਕਿੰਤੂ ਕੀਤੇ ਨੇ, ਕੈਪਟਨ ਦੇ ਬਿਹੇਵੀਅਰ ਦੇ ਉੱਤੇ ਕੀਤੇ ਨੇ ਕਿ ਮਿਲਦਾ ਨਹੀਂ, ਉਹ ਕਨਸਟੀਟੂਐਂਸੀ 'ਚ ਜਾਂਦਾ ਨਹੀਂ ਔਰ ਉਹ ਜਿਹੜਾ ਹੈ ਉਹ ਅਫਸਰ ਜਿਹੜੇ ਨੇ ਆਪਣੀ ਮਨਮਰਜ਼ੀ ਦੀ ਜਿਹੜੀ ਹੈ ਉਹ ਸਾਰਾ ਕੰਮ ਕਰਦੇ ਨੇ। ਇਹ ਸਾਰੀਆਂ ਗੱਲਾਂ ਦਾ ਜਿਹੜਾ ਪ੍ਰਭਾਵ ਜਿਹੜਾ ਹੈ ਉਹਦੀ ਕਾਰਜਸ਼ੈਲੀ ਦੇ ਉੱਤੇ ਪੈਣਾ ਸੁਭਾਵਿਕ ਹੀ ਹੈ। ਇਹਦੇ 'ਚ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਸ਼ਾਇਦ ਜਿਹੜੀ ਇਸ ਵੇਲੇ CMO ਚੀਫ ਮਿਨਿਸਟਰ ਆਫਿਸ ਦੇ ਵਿੱਚ ਜਿਹੜੇ ਆਫਿਸਰ ਨੇ ਜਾਂ ਜਿਹੜਾ ਐਡਵੋਕੇਟ ਜਨਰਲ ਹੈ, ਉਹ ਬਦਲਿਆ ਜਾਣਾ ਕਿ ਨਹੀਂ ਬਦਲਿਆ ਜਾਣਾ, ਜਾਂ ਉਹਨਾਂ 'ਚੋਂ ਕੋਈ ਹਿਲਜੁਲ ਹੋਣੀ ਹੈ ਕਿ ਨਹੀਂ ਹੋਣੀ, ਜਾਂ ਉਹਨਾਂ ਨੂੰ ਕਿਹਾ ਜਾਣਾ ਕਿ ਤੁਸੀਂ ਆਪਣੇ ਹੁਣ ਜਿਹੜੇ ਨੇ ਬਿਹੇਵੀਅਰ ਜਿਹੜੇ ਨੇ ਉਹ ਬਦਲ ਦਿਓ। ਇਹ ਸਾਰੀਆਂ ਗੱਲਾਂ ਨੇ ਇੱਕ ਪਾਸੇ ਨੇ। ਜਿੱਥੋਂ ਤੱਕ ਇਹ ਗੱਲ ਮੰਨ ਕੇ ਚੱਲੋ ਕਿ ਜੋ ਕੈਪਟਨ ਅੱਜ ਤੋਂ 2 ਮਹੀਨੇ ਪਹਿਲਾਂ ਸੀ, ਉਹ ਕੈਪਟਨ ਦੀ ਸ਼ਕਤੀ ਜਿਹੜੀ ਹੈ ਉਹ ਹੁਣ ਨਹੀਂ। ਪਿਛਲੇ ਇਲੈਕਸ਼ਨ ਦੇ ਵਿੱਚ ਵੀ ਕੈਪਟਨ ਕੋਲ ਸ਼ਕਤੀ ਸੀ ਕਿ ਕਿਹਨੂੰ ਟਿਕਟ ਦੇਣੀ ਹੈ ਤੇ ਕਿਹਨੂੰ ਟਿਕਟ ਨਹੀਂ ਦੇਣੀ, ਔਰ ਉਹ ਸਿੰਗਲ ਪਰਸਨ ਜਿਹੜਾ ਸੀ ਡਿਸਾਈਡ ਕਰਦਾ ਸੀ। ਹੁਣ ਰਾਤੀ ਰਾਵਤ ਦਾ ਇਹ ਕਹਿ ਦੇਣਾ ਕਿ ਯੂਨਾਈਟਿਡ ਫੇਸ ਦੇਾਂਗੇ, ਇਹਦਾ ਮਤਲਬ ਇਹ ਹੈ ਕਿ ਜਿਹੜੀ ਇਲੈਕਸ਼ਨ ਕਮੇਟੀ ਬਣੇਗੀ ਉਹਦਾ ਕਨਵੀਨਰ ਤੇ ਕੈਪਟਨ ਹੀ ਹੋਏਗਾ, ਲੇਕਿਨ ਉਸ ਦੇ ਵਿੱਚ ਦੂਜੇ ਮੈਂਬਰ ਜਿਹੜੇ ਨੇ ਉਹਨਾਂ ਦਾ ਵੀ ਟਿਕਟਾਂ ਦਾ ਜਿਹੜਾ ਉਹ ਸੁਰੱਖਿਅਤ ਜਿਹੜਾ ਰੱਖਿਆ ਜਾਏਗਾ। ਜੇ ਉਹ ਸੁਰੱਖਿਅਤ ਨਹੀਂ ਰੱਖਿਆ ਜਾਂਦਾ, ਜਿਵੇਂ 2-3 MLA ਨੇ ਤੇ ਜਾਂ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਤੇ ਖਿਲਜੀਆ ਨੇ ਵੀ, ਜਾਂ ਮਤਲਬ ਜਿਹੜਾ ਉਹ ਧੀਮਾਨ ਨੇ ਵੀ ਕਹਿਤਾ ਅਸੀਂ ਤਾਂ ਲੜਨੀ ਹੈ। ਸੁਰਜੀਤ ਧੀਮਾਨ ਜੀ, ਸੁਰਜੀਤ
ਆਣ, ਉਹ ਸਿੱਧਾ ਇੰਡੀਕੇਸ਼ਨ ਇਹ ਹੈ ਕਿ ਅਦਰਵਾਈਜ਼ ਜੇ ਹੁਣ ਕੈਪਟਨ ਆਪਣੇ ਪਹਿਲੇ ਸਟਾਈਲ ਨਾਲ ਚੱਲੇ ਤੇ ਵਿਜੀਲੈਂਸ ਵਾਲੀਆਂ ਗੱਲਾਂ ਤੇ ਦੂਜੀਆਂ ਚਲਾਏ ਤੇ ਉਹਦੇ ਨਾਲ ਜਿਹੜਾ ਹੈ ਉਹ ਕੈਪਟਨ ਦੀ ਚੀਫ ਮਿਨਿਸਟਰੀ ਤੇ ਛੱਡੋ, ਅੱਗੋਂ ਕੌਣ ਆਏਗਾ ਕੌਣ ਨਹੀਂ ਆਏਗਾ, ਕਾਂਗਰਸ ਜਿਹੜੀ ਹੈ ਉਹ ਸਾਫ਼ ਹੋਏਗੀ। ਕਿਹਨੂੰ ਬੈਨੀਫਿਟ ਹੁੰਦਾ ਹੈ ਉਹ ਅਗਲੀ ਗੱਲ ਜਿਹੜੀ ਹੈ। ਨਹੀਂ 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 ਡਾਕਟਰ ਸਾਹਿਬ, ਮੈਂ ਜਿਹੜੀ ਗੱਲ ਕਰ ਰਿਹਾ, ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰ ਦਿਆਂ ਕਿ ਮੈਂ ਉਹ ਲੋਕ ਜਿਹੜੇ ਲੋਕ ਨਾਲ ਮੌਜੂਦ ਸੀ, ਇਨਫੋਰਮੇਸ਼ਨ ਉੱਥੋਂ ਗ੍ਰਹਿਣ ਕੀਤੀ, ਅਥੈਂਟਿਕ ਇਨਫੋਰਮੇਸ਼ਨ ਹੈ ਕਿ ਅੰਦਰ ਕੀ ਹੋਇਆ। ਦੂਜੀ ਗੱਲ ਇਹ ਹੈ ਕਿ ਬਹੁਤ ਅਹਿਮ ਇਸ ਗੱਲ ਨਾਲ ਵੀ ਜੋੜੀ ਜਾ ਸਕਦੀ ਗੱਲ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਕਾਰਗੁਜ਼ਾਰੀ ਨੂੰ ਤੁਸੀਂ ਦੇਖਦੇ ਹੋ, ਜਿਹਦੇ ਤੋਂ ਰੌਲਾ ਪਿਆ, ਉਹ ਤਾਂ ਸਰਕਾਰ ਨਾ ਵਰਗੀ ਕੋਈ ਚੀਜ਼ ਹੀ ਹੈ ਨਹੀਂ ਸੀ, ਉਹ ਕਾਰਜਸ਼ੀਲ ਹੀ ਨਹੀਂ ਸੀਗੇ, ਐਕਟਿਵ ਹੀ ਨਹੀਂ ਸੀਗੇ। ਹੁਣ ਜਦੋਂ ਉਸ ਤੋਂ ਬਾਅਦ ਦਾ ਉਹਨਾਂ ਦਾ ਚਿਹਰਾ ਹੈ, ਉਹਦੇ ਵਿੱਚ ਉਹਨਾਂ ਨੂੰ ਸਰਗਰਮ ਹੋਣਾ ਪਊਗਾ। ਕੁਝ ਲੋਕ ਤਾਂ ਇਹ ਵੀ ਕਹਿੰਦੇ ਉਹ ਸਰਗਰਮੀ ਜਿਹੜੀ ਉਹ ਸਰਗਰਮੀ ਦੇ ਵਿੱਚ ਦਿਸ਼ਾ ਕੀ ਹੋਊਗੀ, ਇਹ ਬੜਾ ਵੱਡਾ ਸਵਾਲ ਆ। ਇਹ ਕਾਂਗਰਸੀ ਘੇਰਿਆਂ ਦੇ ਵਿੱਚ ਵੱਡਾ ਸਵਾਲ ਉਠਾਇਆ ਜਾ ਰਿਹਾ ਕਿ ਜੇ ਅਮਰਿੰਦਰ ਸਿੰਘ ਮੁੱਖ ਮੰਤਰੀ ਹੀ ਨੇ ਤੇ ਕੀ ਉਹਨਾਂ ਦੇ ਕੈਂਪ ਵਿੱਚ ਫਿਰ ਬਦਲ ਹੋ ਜਾਊਗਾ? ਦੇਖੋ, ਪਹਿਲੀ ਗੱਲ ਤੇ ਹੈ ਕਿ ਕੈਪਟਨ ਹੀ ਮੁੱਖ ਮੰਤਰੀ ਨੇ ਔਰ ਕਾਫੀ ਹੱਦ ਤੱਕ ਜਿਹੜਾ ਉਹ ਪਾਵਰਫੁਲੀ ਜਿਹੜੇ ਹੋਣਗੇ, ਲੇਕਿਨ ਜੇ ਅਸੀਂ ਬੜਾ ਸਪਸ਼ਟ ਕਹੀਏ ਕਿ ਜਿਹੜਾ CMO ਆਫਿਸ ਦੇ ਵਿੱਚ ਮਿਨਿਸਟਰ ਦੀ ਵੀ ਜਿਹੜੀ ਔਕਾਤ ਨਹੀਂ ਸੀ, ਜਿਵੇਂ ਪਿੱਛੇ ਖਬਰ ਛਪੀ ਸੀ ਕਿ ਇੱਕ ਜਿਹੜਾ ਹੈ ਉਹ ਸੀਨੀਅਰ ਮੰਤਰੀ ਜਿਹੜਾ ਕੈਪਟਨ ਦਾ ਲਾਇਲ ਹੈ, ਉਹਦੇ ਨਾਲ ਵੀ ਜਿਹੜਾ ਬਦਤਮੀਜ਼ੀ ਕੀਤੀ ਇੱਕ ਸੀਨੀਅਰ ਆਫੀਸਰ ਨੇ, ਔਰ ਉਹ ਬੋਲ ਬੁਲਾਰਾ ਉੱਥੇ ਆਫਿਸ ਦੇ ਵਿੱਚ ਵੀ ਹੋਇਆ। ਸ਼ਾਇਦ ਅਜਿਹੀਆਂ ਗੱਲਾਂ ਜਿਹੜੀਆਂ ਨੇ ਇਹ ਬੰਦ ਹੋ ਜਾਣਗੀਆਂ, ਜਾਂ ਜਿਵੇਂ ਸੰਦੀਪ ਦਾ, ਕੈਪਟਨ ਸੰਦੀਪ ਦਾ ਪ੍ਰਗਟ ਸਿੰਘ ਨੂੰ ਫੋਨ ਜਾਣਾ ਜਾਂ ਦੂਜਾ ਜਾਣਾ, ਉਹ ਕਾਰਵਾਈਆਂ ਬੰਦ ਹੋਣਗੀਆਂ। ਥੋੜਾ ਜਿਹਾ ਮਲਮ ਪੱਟੀ ਜਿਹੜੀ ਹੈ ਉਹ ਲਾਏਗੀ। ਹੁਣ ਸ਼ਾਇਦ ਕੋਈ ਡਿਸੀਡੈਂਟ ਆਏ ਤੇ ਕੈਪਟਨ ਬਿਠਾ ਕੇ ਚਾਹ ਵੀ ਜਿਹੜਾ ਉਹਨਾਂ ਦੀ ਪਿਆ ਦੇਗਾ। ਸੋ ਉਹ ਗੱਲਾਂ। ਦੂਜੀ ਗੱਲ ਇਹ ਹੈ ਕਿ ਜੇਕਰ ਤੇ ਇਹੀ ਨਾਲ ਕੀਤਾ ਕਿ ਅਗਲਾ ਚਿਹਰਾ ਜਿਹੜਾ ਕੈਪਟਨ ਹੋਏਗਾ ਤੇ ਟਿਕਟਾਂ ਦਾ ਫੈਸਲਾ ਕੈਪਟਨ ਹੀ ਕਰੇਗਾ, ਫਿਰ ਮੰਨਿਆ ਜਾਣਾ ਚਾਹੀਦਾ ਹੈ ਕਿ ਜਿਹੜੇ ਸਾਰੇ ਜਿਹੜੇ ਨੇ ਬਗਾਵਤੀ ਸੁਰ ਰੱਖਣ ਵਾਲੇ ਜਾਂ ਆਪਣੇ ਵੱਖਰੇ ਵਿਚਾਰ ਰੱਖਣ ਵਾਲੇ ਨੇ, ਉਹਨਾਂ ਦਾ ਭਵਿੱਖ ਜਿਹੜਾ ਖਤਰੇ 'ਚ ਪਏਗਾ। ਉਹ ਜੀ ਗੱਲ ਨਾ ਹੋਣੀ ਹੈ। ਨਹੀਂ ਪਰ ਡਾਕਟਰ ਸਾਹਿਬ, ਇੱਕ ਇਹ ਵੀ ਸਵਾਲ ਆ ਨਾ ਕਿ ਕੀ ਅਗਲੇ ਕੁਝ ਮਹੀਨਿਆਂ 'ਚ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੇ ਕੋਈ ਐਕਸ਼ਨ ਲੈਣਗੇ ਜਿਹਦੇ ਨਾਲ ਇਹਨਾਂ ਨੂੰ ਵੋਟਾਂ 'ਚ ਜਾ ਵੀ ਸਕਣਗੇ ਕਿ ਨਹੀਂ? ਜੇਕਰ ਬੇਅਦਬੀ ਮਾਮਲਿਆਂ ਤੇ, ਨਸ਼ੇ ਦੇ ਮਾਮਲਿਆਂ 'ਚ, ਰੇਤਾ ਦੀ ਚੋਰ ਬਾਜ਼ਾਰੀ ਦੇ ਮਾਮਲਿਆਂ 'ਚ ਜਾਂ ਹੋਰ ਸਾਰੇ ਮਸਲਿਆਂ 'ਚ ਕੁਝ ਨਹੀਂ ਹੁੰਦਾ, ਤਾਂ ਫਿਰ ਮੈਨੂੰ ਲੱਗਦਾ ਕਿ ਕਾਂਗਰਸ ਅਕਾਲੀ ਦਲ ਵਾਂਗ ਸਾਫ਼ ਹੋਣ ਦੇ ਰਾਹ ਤੇ ਤਾਂ ਹੈ ਹੀ ਹੈ। ਭਾਵਕ ਸਿਰਫ ਇੱਕੋ ਇਸ਼ੂ ਹੈ, ਉਹ ਹੈ ਬਰਗਾੜੀ ਦਾ ਬੇਅਦਬੀ ਦੇ ਕਾਰਨ ਵਾਲਾ। ਬਾਕੀ ਜਿਹੜਾ ਮਾਈਨਿੰਗ ਵਾਲਾ ਹੋਵੇ, ਦੂਜੀ ਚੋਰ ਬਾਜ਼ਾਰੀ ਹੋਵੇ, MLA ਕੋਈ ਕਰਪਟ ਹੈ, ਕੋਈ MLA ਦੂਜਾ ਹੈ, ਕੋਈ ਚੰਨੀ ਦੇ ਉੱਤੇ ਐਲੀਗੇਸ਼ਨ ਹੈ, ਇਹ ਸਾਰੀਆਂ ਗੱਲਾਂ ਸਾਰੀਆਂ ਪਾਰਟੀਆਂ 'ਚ ਨੇ ਤੇ ਸਾਰੇ ਲੋਕ ਜਿਹੜੇ ਨੇ ਉਹਨੂੰ ਜਿਹੜਾ ਪ੍ਰਵਾਨ ਕਰਕੇ ਚੱਲਦੇ ਨੇ। ਲੇਕਿਨ ਬੇਅਦਬੀ ਦਾ ਮਾਮਲਾ ਜਿਹੜਾ ਹੈ ਉਹ ਬਹੁਤ ਸੈਂਸਿਟਿਵ ਹੈ, ਤੇ ਜਿਸ ਢੰਗ ਦੇ ਨਾਲ ਉਸ ਇਹਨਾਂ ਦੀ ਬਗਾਵਤੀ ਸੁਰਾਂ ਤੋਂ, ਜਿਨ੍ਹਾਂ ਵਿੱਚ ਸੁਖਜਿੰਦਰ ਰੰਧਾਵਾ, ਸੁਨੀਲ ਜਾਖੜ ਜਾਂ ਦੂਜੇ ਜਿਹੜੇ ਸਨ, ਉਸ ਤੋਂ ਬਾਅਦ ਜਿਹੜੀ 6 ਮਹੀਨੇ ਵਾਲੀ ਗੱਲ ਸੀ ਉਹ ਹੁਣ ਆਲਮੋਸਟ ਕਲੀਅਰ ਕਰਕੇ ਉਹ ਸਾਰੀ ਮਹੀਨੇ 2 ਮਹੀਨੇ ਦੇ ਵਿੱਚ ਗੇਮ ਜਿਹੜੀ ਹੈ ਉਹ ਰਹਿ ਗਈ ਹੈ, ਔਰ ਉਹਦੇ ਵਿੱਚ ਰਿਜ਼ਲਟ ਜਿਹੜੇ ਨੇ ਉਹ ਪਹਿਲਾਂ ਜਿਹੜੇ ਨੇ ਉਹ ਆ ਜਾਣੇ ਨੇ। ਸੋ ਉਹ ਜਿਹੜੀ ਭਾਵਕ ਅਪਰੋਚ ਹੈ ਬੇਅਦਬੀ ਵਾਲੀ, ਉਹਨੂੰ ਜਿਹੜਾ ਉਹ ਕਵਰ ਅਪ ਜਿਹੜਾ ਹੈ ਉਹ ਕੈਪਟਨ ਨੇ ਜ਼ਰੂਰ ਕਰਨਾ ਹੈ, ਔਰ ਉਹਦੇ ਵਿੱਚ ਜਿਹੜਾ ਲੌਜੀਕਲ ਕਨਕਲੂਜਨ ਦੇ ਵਿੱਚ, ਕਿਉਂਕਿ ਉਸ ਨੂੰ ਕੋਰਟ ਵਿੱਚ ਚਲਾਨ ਕਰਕੇ, ਲੋਅਰ ਕੋਰਟ ਵਿੱਚ ਕਿਉਂਕਿ ਕੇਸ ਹੋਣਾ, ਸੈਸ਼ਨ ਦੇ ਹੋਣਾ, ਉੱਥੋਂ ਜਿਹੜਾ ਉਹ ਕਢਵਾ ਕੇ ਵੀ ਜਿਹੜਾ ਉਹ ਗੱਲ ਜਿਹੜੀ ਕਰੇਗੀ। ਸਿਰਫ ਉਹਦੇ 'ਚ ਇੱਕੋ ਗੱਲ ਹੈ ਕਿ ਉਹ ਜਿਹੜੀ ਸਿੱਟ ਦਾ ਜਿਹੜਾ ਨਤੀਜੇ ਨੇ, ਜਿਵੇਂ ਉਹਨਾਂ ਨੇ ਥੱਲਿਓਂ ਗੱਲ ਸ਼ੁਰੂ ਕੀਤੀ ਹੈ ਤੇ 6 ਜਿਹੜੇ ਨੇ ਗ੍ਰਿਫਤਾਰ ਕਰ ਲਏ ਦੂਜੇ, ਤੇ ਜਿਹੜੀ ਲੋਕਾਂ ਦੀ ਐਕਸਪੈਕਟੇਸ਼ਨ ਹੈ ਜਾਂ ਇਹਨਾਂ ਜਿਹੜੇ ਲੀਡਰਾਂ ਦੀ ਐਕਸਪੈਕਟੇਸ਼ਨ ਹੈ ਕਿ ਇਹ ਵੱਡੇ ਘਰਾਂ ਤੱਕ ਜਿਹੜਾ ਪਹੁੰਚਣਾ ਚਾਹੀਦਾ ਹੈ। ਵੱਡੇ ਘਰਾਂ ਦਾ ਮਤਲਬ ਜਾਂ ਵੱਡੇ ਰਾਜਨੀਤਿਕ ਘਰਾਂ ਦਾ ਜਾਂ ਵੱਡੇ ਅਫਸਰਾਂ ਤੱਕ ਹੈ, ਅਫਸਰਾਂ ਦਾ ਜੀ, ਉੱਥੋਂ ਤੱਕ ਜਾਂਦੀ ਕਿ ਨਹੀਂ ਜਾਂਦੀ, ਉਹਦੇ ਨਾਲ ਜਿਹੜਾ ਉਹ ਵੇਟ ਜਿਹੜਾ ਉਹ ਹੋਏਗਾ। ਕਿਉਂਕਿ ਡਾਕਟਰ ਸਾਹਿਬ ਇਹ ਗੱਲ ਬਹੁਤ ਕਲੀਅਰ ਹੋ ਗਈ ਕਿ ਜਿਹੜੀਆਂ ਜੱਜਮੈਂਟ ਨੇ 1 2 3 ਐਸੀਆਂ, ਇੱਕ ਤਾਂ ਲੇਟੈਸਟ ਇਸ ਤੋਂ ਪਹਿਲੀਆਂ ਜੱਜਮੈਂਟ ਵੀ ਹੈ ਜਿਨ੍ਹਾਂ ਦੇ ਵਿੱਚ ਡੇਰਾ ਪ੍ਰੇਮੀਆਂ ਨੇ ਉਹਦੀ ਆੜ ਦੇ ਵਿੱਚ ਫਿਰ ਕੋਰਟ 'ਚ ਗਏ ਨੇ ਕਿ ਸਾਨੂੰ ਤਾਂ ਇਹ ਕਹਿ ਨਹੀਂ ਸਕਦੇ, ਜਿੱਦਾਂ ਹੱਥ ਲਿਖਤ ਦੀ ਗੱਲ ਆ ਜਿਹੜੀ ਲਿਖਾਈ। ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਇਹਨਾਂ ਵੱਡੇ ਲੋਕਾਂ ਨੂੰ ਮਦਦ ਮਿਲੂਗੀ, ਗੱਲ ਬਹੁਤ ਲਟਕ ਜਾਊ। ਲੇਕਿਨ ਇੱਕ ਸਵਾਲ ਬੜਾ ਅਹਿਮ ਆ, ਤੁਸੀਂ ਤਾਂ ਉਹਨਾਂ ਘੇਰਿਆਂ ਦੇ ਵਿੱਚ ਨੇੜੇ ਵਿਚਰਦੇ ਹੋ। 2 ਮਿਨਿਸਟਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਜਗ੍ਹਾ ਬੈਟਿੰਗ ਕਰਦੇ ਸੀ, ਭਾਵੇਂ ਬਰਗਾੜੀ ਸੀ, ਭਾਵੇਂ ਹੋਰ ਵੀ ਆਮ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਚਿਹਰਾ ਬਣ ਕੇ ਮੁੱਖ ਮੰਤਰੀ ਵਜੋਂ ਹੀ ਪੇਸ਼ ਹੁੰਦੇ ਸੀ। ਤੇ ਦੂਜੇ ਸੀਗੇ ਚੁੱਪ ਚਪੀਤੇ ਕੰਮ ਕਰਨ ਵਾਲੇ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ। ਇਹਨਾਂ ਦੋਨਾਂ ਦਾ ਇਸ ਮੌਕੇ ਤੇ ਕੈਪਟਨ ਕੈਂਪ ਦੇ ਵਿੱਚ ਨਜ਼ਰ ਨਾ ਆਉਣਾ, ਔਰ ਤੁਹਾਡੇ ਲੁਧਿਆਣੇ ਤੋਂ ਰਵਨੀਤ ਸਿੰਘ ਬਿੱਟੂ ਔਰ ਗੁਰਜੀਤ ਸਿੰਘ ਔਜਲਾ ਦਾ ਮੂਰਲੀਆਂ ਸਫਾ 'ਚ ਕੈਪਟਨ ਦੇ ਨਾਲ ਨਜ਼ਰ ਆਉਣਾ, ਇਹ ਸਮੀਕਰਨ ਜਿਹੜੇ ਇਹਨਾਂ ਦੇ ਕੋਈ ਅਰਥ ਹੁੰਦੇ ਆ, ਇਹ ਕੋਈ ਮਹੱਤਵਪੂਰਨ ਹੁੰਦੇ ਆ, ਇਹਦੇ ਨਾਲ ਵੀ ਪਾਵਰ ਸੈਂਟਰ ਬਦਲਦੇ ਆ ਜੀ।
ਕੋਈ ਪਾਵਰ ਸੈਂਟਰ ਨਹੀਂ। ਜੇਕਰ ਇਹ ਕਹੀਏ ਕਿ ਰਵਨੀਤ ਬਿੱਟੂ ਜਿਹੜਾ ਹੈ ਉਹ ਕੈਪਟਨ ਨਾਲ ਨਾਰਾਜ਼ ਸੀ ਕਿ ਉਹਦਾ ਜਿਹੜਾ ਹੈ ਉਹ ਭਰਾ, ਚਚੇਰਾ ਭਰਾ ਜਿਹੜਾ ਹੈ ਗੁਰਮੀਤ ਕੋਟਲੀ, ਉਹਨੂੰ ਮੰਤਰੀ ਨਹੀਂ ਸੀ ਬਣਾਇਆ। ਤੇ ਗੁਰਮੀਤ ਕੋਟਲੀ ਜਿਹੜਾ ਹੈ ਇੱਕ ਦਿਨ ਪਹਿਲਾਂ ਉਲਟ ਬੋਲ ਆਇਆ, ਔਰ ਅੱਜ ਬਿੱਟੂ ਨਾਲ ਖੜੋਂਦਾ ਵੀ ਹੈ। ਤੇ ਜਾਂ ਕੀ ਕਰਦਾ, ਜਦ ਇੰਡੀਵਿਜੂਅਲ ਮਿਲਦਾ ਤੇ ਕੀ ਕਰਦਾ, ਤੇ ਜਿੰਨੇ ਪਹਿਲਾਂ ਬਿਆਨ ਦਿੱਤੇ ਨੇ ਉਹ ਆਲਰੇਡੀ ਨੁਕਸਾਨ ਪਹੁੰਚਾ ਚੁੱਕਾ ਹੈ। ਸੋ ਗੱਲ ਜਿਹੜੀ ਹੈ ਅਗਲੀ ਜਿਹੜੀ ਹੈ ਉਹ ਹਰ ਇੱਕ ਨੇ ਪਿਛਲੀ ਗੱਲ ਥੋੜੀ ਥੋੜੀ ਛੱਡ ਕੇ ਕੈਪਟਨ ਨੇ ਵੀ ਤੇ ਬਾਕੀਆਂ ਨੇ ਵੀ ਅੱਗੇ ਵਧਣਾ ਹੈ। ਔਰ ਉਹਦੇ 'ਚ ਸ਼ਾਇਦ ਵਧਣ ਵਾਲਿਆਂ 'ਚ ਜਿਹੜੇ ਨਹੀਂ ਸਹਿਮਤ ਹੋਣਗੇ ਉਹਨਾਂ 'ਚ ਸੁਰਜੀਤ ਧੀਮਾਨ ਔਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਮੰਨੇ ਜਾ ਸਕਦੇ ਨੇ, ਜਾਂ ਦੂਲੋ ਨਾਲ ਤਾਂ ਵੈਸੇ ਕਿਉਂਕਿ ਉਹਨਾਂ ਦੀ ਪਤਨੀ ਜਿਹੜੀ ਹੈ ਆਲਰੇਡੀ ਸ਼ਿਫਟ ਕਰ ਗਈ ਹੈ, ਪੁੱਤਰ ਵੀ ਕਰ ਗਿਆ ਹੈ, ਸੋ ਦੂਲੋ ਬਹੁਤ ਐਕਟਿਵ ਨਹੀਂ ਹੋਣਗੇ। ਲੇਕਿਨ ਪ੍ਰਤਾਪ ਸਿੰਘ ਬਾਜਵਾ ਨੇ ਜਿਵੇਂ ਅਨਾਉਂਸ ਕਰਤਾ ਹੈ ਕਿ ਮੈਂ ਤੇ ਅਸੈਂਬਲੀ ਦੀ ਇਲੈਕਸ਼ਨ ਲੜਨੀ ਹੀ ਲੜਨੀ ਹੈ। ਜੀ ਹਾਂ, ਤੇ ਉਹਦੇ ਵਿੱਚ ਜਿਹੜਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਉਹ ਕਿਵੇਂ ਹੁੰਦਾ, ਤੇ ਜਦੋਂ ਜਿਹੜਾ ਪ੍ਰਤਾਪ ਸਿੰਘ ਬਾਜਵੇ ਦਾ ਭਰਾ ਜਿਹੜਾ ਹੈ ਉਹ ਵੱਖਰੇ ਕੈਂਪ 'ਚ ਖੜਾ ਨਜ਼ਰ ਆਉਂਦਾ, ਜਿਹੜਾ ਕਿ ਪਹਿਲਾਂ ਜਿਹੜਾ ਸੀ ਉਹ ਕੈਪਟਨ ਨਾਲ ਹੀ ਹੁੰਦਾ ਸੀ ਤੇ ਭਰਾ ਨਾਲ ਨਹੀਂ ਸੀ ਬਲਕਿ ਹੁੰਦਾ। ਸੋ ਇਹ ਸਾਰੇ ਜਿਹੜੇ ਸਮੀਕਰਨ ਨੇ ਇਹ ਕੁਝ ਦਿਨਾਂ 'ਚ ਕਲੀਅਰ ਹੋਣੇ ਨੇ। ਲੇਕਿਨ ਇੱਕ ਹੋਰ ਪਹਿਲੂ ਵੀ ਹੋ ਸਕਦਾ ਕਿ ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਔਰ ਬਾਕੀ ਲੋਕ ਜਿਹੜੇ ਬਾਗੀਆਂ 'ਚ ਨਜ਼ਰ ਆਏ ਸੀਗੇ ਉਹਨਾਂ ਨੂੰ ਕੈਪਟਨ ਪਲੋਸ ਕੇ ਨਾਲ ਲਾ ਸਕਦੇ ਆ। ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਵਿੱਚ ਨਵੇਂ ਸਿਰਿਓਂ ਵਿਉਂਤਬੰਦੀ ਹੋਊਗੀ, ਨਵੇਂ ਸਿਰਿਓਂ ਸਮੀਕਰਨ ਬਣਨਗੇ। ਜਿਹੜੇ ਜ਼ਿਆਦਾ ਵਿਰੋਧ ਕਰਕੇ ਜਿਨ੍ਹਾਂ ਨੇ ਗੱਲ ਇੱਥੋਂ ਤੱਕ ਲੈਂਦੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਚਿੱਤੇ ਵੀ ਨਹੀਂ ਹੋਣਾ ਕਿ ਇੰਨਾ ਰਾਵਾਂ ਤੇ ਵੀ ਜਾਣਾ ਪੈ ਸਕਦਾ, ਕਿਸੇ ਨੂੰ ਜਵਾਬ ਵੀ ਦੇਣਾ ਪੈ ਸਕਦਾ, ਕਿਉਂਕਿ ਟੋਟਲ ਪਾਵਰ ਸੈਂਟਰ ਬਣ ਗਏ ਸੀ, ਨਾ ਉਹਨਾਂ ਨੂੰ ਕੋਈ ਚੈਲੰਜ ਸੀ, ਨਾ ਕੋਈ ਚੈਲੰਜ ਕਰਨ ਦੀ ਸਥਿਤੀ 'ਚ ਸੀ। ਜੇ ਸੁਖਜਿੰਦਰ ਸਿੰਘ ਰੰਧਾਵਾ ਖੜਾ ਨਹੀਂ ਸੀ ਹੁੰਦਾ ਤਾਂ ਫਿਰ ਮੈਨੂੰ ਲੱਗਦਾ ਸੀ ਕਿ ਇਹ ਸਿੱਧੂ ਦੀ ਕੋਈ ਬਹੁਤੀ ਵੈਲਿਊ ਨਹੀਂ ਸੀ ਪੈ ਰਹੀ, ਉਹ ਰੋਜ਼ ਹੀ ਵਿਰੋਧ ਕਰਦੇ। ਹੁਣ ਸਵਾਲ ਇਹ ਹੈ ਕਿ ਕੀ ਕੈਪਟਨ ਵੀ ਮੁੜ ਕੇ ਮੁਲਾਂਕਣ ਕਰਨਗੇ ਕਿ ਜਿਹੜੇ ਬੰਦੇ ਪ੍ਰਭਾਵਸ਼ਾਲੀ ਨੇ, ਜਿਹੜੇ ਮੈਨੂੰ ਡੈਂਟ ਪਾ ਸਕਦੇ ਆ, ਜਿਹੜੇ ਮੇਰੇ ਤੇ ਇਹੋ ਜਿਹੇ ਹਾਲਾਤ ਪੈਦਾ ਕਰ ਸਕਦੇ, ਉਹਨਾਂ ਨੂੰ ਨਾਲ ਲਾਇਆ ਜਾਵੇ। ਇੱਕ ਵਾਰੀ ਫਿਰ ਵਿਉਂਤਬੰਦੀ ਨਵੇਂ ਸਿਰੋਂ ਹੋਊਗੀ। ਜਿਹੜੀ ਇਹ 6 ਮਹੀਨੇ ਦਾ ਟਾਈਮ ਹੈ ਨਾ, ਇਹਦੇ ਵਿੱਚ ਬਹੁਤੀ ਦੋਨਾਂ ਨੂੰ ਇੱਕ ਦੂਜੇ ਦੀ ਲੋੜ ਹੋਣੀ ਹੈ। ਸੁਖਜਿੰਦਰ ਰੰਧਾਵਾ ਨੇ ਹਮੇਸ਼ਾ ਹੀ ਕਿਹਾ ਕਿ ਮੈਂ ਤੇ ਇਸ਼ੂ ਕਰਕੇ ਵਿਰੋਧੀ ਹਾਂ, ਮੈਂ ਉਵੇਂ ਕੈਪਟਨ ਦਾ, ਤੇ ਕੈਪਟਨ ਦੇ ਨਾਲ ਕਦੀ ਉਹ ਨੇੜੇ ਹੋਇਆ ਵੀ ਹੈ, ਕਦੀ ਦੂਰ ਹੋਇਆ, ਕਦੀ ਨੇੜੇ ਹੋਇਆ ਹੈ। ਉਹ ਜਿਹੜਾ ਇਸ਼ੂ ਦੇ ਨਾਲ ਜਿਹੜਾ ਉਹ ਜੁੜਿਆ। ਬਾਕੀ ਜਿਹੜਾ ਚੰਨੀ ਦੇ ਕਿਉਂਕਿ ਆਪਣੀ ਸਮੱਸਿਆ ਸੀ, ਪ੍ਰਗਟ ਸਿੰਘ ਨੂੰ ਆਪਣਾ ਥ੍ਰੈਟ ਸੀ, ਇਹ ਬਾਕੀਆਂ ਦੇ ਮਸਲੇ ਵੱਖਰੇ ਨੇ। ਲੇਕਿਨ ਸੁਖਜਿੰਦਰ ਰੰਧਾਵਾ ਨੇ ਇਸ਼ੂ ਜਿਹੜਾ ਹੈ ਉਹ ਬਰਗਾੜੀ ਵਾਲਾ ਔਰ ਦੂਜਾ ਜਿਹੜਾ ਸਿੱਖ ਇਸ਼ੂ ਜਿਹੜੇ ਲੈ ਕੇ ਉਹ ਸਾਰਾ ਕੰਮ ਜਿਹੜਾ ਉੱਥ ਤੱਕ ਕੀਤਾ। ਤੇ ਉਹ ਜਿਵੇਂ ਸੁਨੀਲ ਜਾਖੜ ਵੀ ਜਿਹੜਾ ਉਹ ਆਪਣੇ ਆਪ 'ਚ ਜਿਹੜਾ ਬਦਲ ਗਿਆ, ਜਦੋਂ ਨੂੰ ਲੱਗਾ ਕਿ ਨਵਜੋਤ ਸਿੱਧੂ ਕਿਤੇ ਪ੍ਰਧਾਨ ਨਾ ਬਣ ਜਾਏ, ਉਹਨੇ ਵੀ ਕੈਪਟਨ ਦੀ ਜਿਹੜੀ ਹੈ ਸ਼ਰਨ ਜਿਹੜੀ ਹੈ ਪ੍ਰਵਾਨ ਕਰ ਲਈ। ਸੋ ਉਸ ਹਿਸਾਬ ਦੇ ਨਾਲ ਸੁਖਜਿੰਦਰ ਰੰਧਾਵਾ ਲਈ ਕੋਈ ਮੁਸ਼ਕਲ ਨਹੀਂ, ਇੱਕ ਗੱਲ। ਦੂਜੀ ਗੱਲ ਹੈ ਕਿ 4 ਕੰਮ ਕਿਸੇ ਮੰਤਰੀ ਦੇ ਨਾ ਕੀਤੇ ਜਾਣ ਤੇ ਉਹ ਉਹਦੇ ਨਾਲ ਉਹਦੀ ਇਲੈਕਸ਼ਨ 'ਚ ਫਰਕ ਨਹੀਂ ਪੈਂਦਾ, ਕਿਉਂਕਿ ਹੁਣ ਸਾਰੇ ਨੇ ਤਿਆਰੀ ਜਿਹੜੀ ਹੈ ਉਹ ਤੇ ਆਪਣੀ ਇਲੈਕਸ਼ਨ ਲੜਨ ਦੀ ਕਰਨੀ ਹੈ। ਤੇ ਸ਼ਾਇਦ ਇਹਨਾਂ ਪਟਿਆਲੇ ਦੇ ਆਲੇ ਦੁਆਲੇ ਦੀਆਂ ਕੁਝ ਕੰਸਟੀਟੂਐਂਸੀ ਤੋਂ ਛੱਡ ਕੇ ਜੇ ਅਸੀਂ ਕਹੀਏ ਕਿ ਗੁਰਦਾਸਪੁਰ ਜਾ ਕੇ ਕੈਪਟਨ ਜਿਹੜਾ ਸੁਖਜਿੰਦਰ ਰੰਧਾਵਾ ਨੂੰ ਹਰਾ ਸਕਦਾ ਹੈ, ਉਹ ਜੀ ਪੋਜੀਸ਼ਨ ਜਿਹੜੀ ਹੈ ਕਿਸੇ ਦੇ ਲਈ ਵੀ ਜਿਹੜੀ ਉਹ ਨਹੀਂ ਕਹਿ ਸਕਦੀ। ਆਪੋ 'ਚ ਸੁਖਜਿੰਦਰ ਰੰਧਾਵਾ ਤੇ ਪ੍ਰਤਾਪ ਸਿੰਘ ਬਾਜਵਾ ਲੜ ਕੇ, ਜਾਂ ਆਪਸ ਵਿੱਚ ਫਤਿਹ ਸਿੰਘ ਬਾਜਵਾ ਤੇ ਪ੍ਰਤਾਪ ਸਿੰਘ ਬਾਜਵਾ ਦਾ ਵਿਰੋਧ ਹੋ ਕੇ, ਜਾਂ ਜਿਹੜੀਆਂ ਹਰਿਆਣੇ ਦੇ ਵਿੱਚ ਜਿਹੜੀ ਹੈ ਪਾਂਡੇ ਔਰ ਦੂਜੇ ਜਿਹੜੇ ਨੇ ਆਪੋ 'ਚ ਲੜ ਕੇ ਇੱਕ ਦੂਜੇ ਨੂੰ ਹਰਾ ਲੈਣ ਤੇ ਵੱਖਰੀ ਗੱਲ ਹੈ। ਔਰ ਉਹ ਜਿਹੜੀ ਹੈ ਲੜਾਈ ਜਿਹੜੀ ਹੈ ਕਿਉਂਕਿ ਕਾਂਗਰਸ ਲਈ ਵੀ ਤੇ ਕੈਪਟਨ ਲਈ ਵੀ ਅੱਗੋਂ ਭਵਿੱਖ ਲਈ ਠੀਕ ਨਹੀਂ ਹੁੰਦੀ। ਸ਼ਾਇਦ ਕੈਪਟਨ ਹੁਣ ਅਗਲੀ ਲੜਾਈ ਲਈ ਕਿਹੜੇ ਐਮਐਲਏ ਆਪਣੇ ਜਿਤਾ ਕੇ ਆਪਣੇ ਨਾਲ ਆਉਣਾ ਹੈ ਉਹ 'ਤੇ ਕੰਮ ਕਰੇਗਾ, ਔਰ ਉਹਦੇ ਵਿੱਚ ਆਪਣੀ ਅਫਸਰਸ਼ਾਹੀ ਨੂੰ ਵੀ ਔਰ ਆਪਣੇ ਜਿਹੜੇ ਨੇ ਨਾਲ ਦੇ ਜਿਹੜੇ ਬੰਦੇ ਵੀ ਨੇ ਉਹਨਾਂ ਨਾਲ ਤੇ ਪਲੱਸ ਛੋਟੇ ਛੋਟੇ ਕੰਮ ਕਰਨ ਲਈ, ਜਿਵੇਂ ਪਿਛਲੇ 2 ਦਿਨਾਂ 'ਚ ਇੰਡੀਕੇਸ਼ਨ ਜਿਹੜੀ ਹੈ ਕਿ ਮਨਿਸਟਰਾਂ ਦੇ ਤੇ ਐਮਐਲਏ ਦੇ ਪੁੱਤਰ ਤੇ ਪੋਤਰਿਆਂ ਨੂੰ ਜਿਹੜਾ ਉਹ ਡੀਐਸਪੀ ਜਾਂ ਦੂਜਾ ਜਿਹੜੇ ਨੇ ਅਫਸਰ ਬਣਾਉਣ ਵਾਲੀਆਂ ਗੱਲਾਂ ਜਾਂ ਇੰਸਪੈਕਟਰ ਲਾਉਣ ਵਾਲੀਆਂ ਗੱਲਾਂ, ਉਹ ਭਾਵੇਂ ਬਦਨਾਮੀ ਦਾ ਕਾਰਨ ਵੀ ਹੋਇਆ। ਤੇ ਜਿੱਥੇ ਤੱਕ ਜਿਹੜੀ ਗੱਲ ਕੱਲ ਬਹੁਤ ਵੱਡੀ ਲੱਗਦੀ ਸੀ ਸੁਖਪਾਲ ਖਹਿਰਾ ਦੀ, ਉਹ ਤੇ ਪਹਿਲੀ ਗੱਲ ਹੈ ਕਿ ਤਿੰਨਾਂ ਦੀ ਸਟਰੈਂਥ ਕੋਈ ਨਹੀਂ ਰਹੀ, ਤਿੰਨਾਂ ਨੇ ਰਿਜ਼ਾਈਨ ਕਰਤਾ, ਗੱਲ ਉਹ ਅਗਲੀ ਅੱਜ ਹੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ, ਉੱਥੇ ਅਮਰਜੀਤ ਗਿੱਲ ਹੈ ਜਿਹਨੇ ਆਪਣੀ ਤਿਆਰੀ ਰੱਖੀ ਸੀ ਕਿ ਮੈਂ ਇੱਥੇ ਇਲੈਕਸ਼ਨ ਜਿਹੜੀ ਹੈ ਉਹ ਲੜਨੀ ਹੈ ਕਾਂਗਰਸ ਦੀ ਟਿਕਟ ਤੋਂ, ਤੁਹਾਨੂੰ ਵਾਅਦਾ ਵੀ ਹੋਇਆ ਸੀ। ਅੱਜ ਉਹਨੇ ਪ੍ਰੈਸ ਕਾਨਫਰੰਸ ਕਰਕੇ ਸੁਖਪਾਲ ਖਹਿਰਾ ਦੀ ਐਂਟਰੀ ਨੂੰ ਜਿਹੜਾ ਅਪੋਜ਼ ਕਰਤਾ ਹੈ, ਔਰ ਉਹਨੇ ਕਿਹਾ ਕਿ ਜੇ ਟਿਕਟ ਦਿੱਤੀ ਤੇ ਅਸੀਂ ਜਿਹੜੇ ਨੂੰ ਅਪੋਜ਼ ਕਰਾਂਗੇ। ਬਲਕਿ ਉਹ ਗੱਲ ਜਿਹੜੀ ਹੈ ਨੁਕਸਾਨਦੇਹ ਵਾਲੇ ਪਾਸੇ ਜਿਹੜੀ ਹੈ ਉਹ ਚੱਲ ਗਈ। ਜੇ ਆਖਰੀ ਸਵਾਲ ਡਾਕਟਰ ਸਾਹਿਬ, ਆਖਰੀ ਸਵਾਲ, ਬੇਨਤੀ ਇਹ ਆ ਕਿ ਨਵਜੋਤ ਸਿੰਘ ਸਿੱਧੂ ਹਾਸ਼ੀਏ ਤੇ ਹੁੰਦਾ ਇੱਕਦਮ ਲਾਈਮਲਾਈਟ 'ਚ ਆ ਜਾਂਦਾ ਇਸ ਲੜਾਈ 'ਚ। ਮੰਨ ਲਓ ਜੇ ਨਵਜੋਤ ਸਿੰਘ ਸਿੱਧੂ ਨੂੰ
ਆਖਰ ਦੇ ਵਿੱਚ ਹੁਣ ਵੀ ਕੁਝ ਨਹੀਂ ਮਿਲਦਾ, ਉਹਦੇ ਲਈ ਕਿਹੜੇ ਰਾਹ ਹੈ? ਉਹਦੇ ਲਈ ਕੋਈ ਰਾਹ ਨਹੀਂ, ਉसी ਤਨਖਾਹ 'ਤੇ ਕੰਮ ਕਰਨਾ ਪੜੇਗਾ। ਥੋੜ੍ਹੀ ਬਹੁਤੀ ਉਹਨੂੰ ਸਪੇਸ ਜਿਹੜੀ ਹੈ ਕਿਤੇ ਨਾ ਕਿਤੇ ਦੇਣ ਦੀ ਗੱਲ ਹੋ ਸਕਦੀ ਹੈ, ਲੇਕਿਨ ਕਿਉਂਕਿ ਇਸ ਵੇਲੇ ਨਾ ਉਹ ਛੱਡ ਸਕਦਾ ਤੇ ਨਾ ਉਹ ਜਿਹੜੀ ਹੈ ਉਹ ਸੀ। ਇਹ ਠੀਕ ਹੈ ਕਿ ਅਜੇ ਤੱਕ ਕੋਈ ਵੀ ਨਹੀਂ ਕਲੀਅਰ ਹੋਇਆ ਕਿ ਮੈਂ ਹੁਣ ਪਟਿਆਲਾ ਆਪਣਾ ਬੇਸ ਬਣਾਉਣਾ ਹੈ ਕਿ ਮੈਂ ਜਿਹੜਾ ਅੰਮ੍ਰਿਤਸਰ ਬਣਾਉਣਾ ਹੈ, ਔਰ ਉਹਦੇ ਵਿੱਚ ਪਟਿਆਲੇ ਆ ਕੇ ਕੈਪਟਨ ਨੂੰ ਦੇ ਨਾਲ ਉਲਟ ਚੱਲ ਕੇ ਤੇ ਜੇ ਉਹ ਕੰਫਰਟੇਬਲੀ ਇੱਥੇ ਜਿੱਤ ਸਕੇ ਤੇ ਇਹ ਵੀ ਭੁਲੇਖਾ ਹੈ, ਕਿਉਂਕਿ ਬਹੁਤ ਚਿਰ ਉਹਨੇ ਪਟਿਆਲਾ ਜਿਹੜਾ ਉਹ ਛੱਡਿਆ ਵੀ ਹੋਇਆ। ਸੋ ਇਸ ਵੇਲੇ ਸਭ ਤੋਂ ਵੱਡਾ ਸੰਕਟ ਜਿਹੜਾ ਹੈ, ਕੈਪਟਨ ਦਾ ਸੰਕਟ ਕੋਈ ਨਹੀਂ, ਕੈਪਟਨ ਦਾ ਜਿਹੜਾ ਹੈ ਬਾਕੀ ਐਮਐਲਏ ਦਾ ਮਿਨਿਸਟਰ ਦਾ ਸੰਕਟ ਕੋਈ ਨਹੀਂ। ਜੇ ਸੰਕਟ ਹੈ ਤੇ ਉਹ ਨਵਜੋਤ ਸਿੱਧੂ ਦਾ ਹੈ ਕਿ ਹਾਈ ਕਮਾਂਡ ਉਹਨੂੰ ਥੋੜ੍ਹਾ ਜਿਹਾ ਪਲੋਸ ਕੇ ਰੱਖਣ ਲਈ ਕਿੰਨਾ ਕੁ ਕਰ ਸਕਦੇ ਨੇ। ਤੇ ਜੇ ਹਾਈ ਕਮਾਂਡ ਇਹ ਮੰਨ ਵੀ ਲਵੇ ਕਿ ਅੱਗੇ ਵੀ ਜਦੋਂ ਇਹਨੂੰ ਸਟਾਰ ਪ੍ਰਚਾਰਕ ਬਣਾਇਆ ਇਹਨੇ ਕਿਹੜਾ ਕੰਮ ਕੀਤਾ ਹੈ, ਜੇਕਰ ਇੱਥੇ ਪਾਰਲੀਮੈਂਟ ਦੀ ਚੋਣਾਂ ਆਈਆਂ ਨੇ ਬਠਿੰਡੇ ਤੱਕ ਜਾ ਕੇ ਵੀ ਤਾਂ ਸਾਰਾ ਗੱਲ ਜਿਹੜੀ ਹੈ ਪੁੱਠੀ ਸਿੱਧੀ ਕਰਤੀ ਹੈ। ਉਹ ਸਾਰੀ ਗੱਲ ਦੇ ਵਿੱਚ ਬਹੁਤ ਜ਼ਿਆਦਾ ਜਦੋਂ ਆਕੜ ਹੁੰਦੀ ਹੈ ਤਾਂ ਲੋਕ ਨਸ਼ਾ ਜੋ ਹੁੰਦਾ ਹੋਏਗਾ ਦੇਖੀ ਜਾਣਗੇ, ਲੇਕਿਨ ਕੋਸ਼ਿਸ਼ ਜ਼ਰੂਰ ਹੋਏਗੀ ਹਾਈ ਕਮਾਂਡ ਦੀ ਕਮੇਟੀ ਦੀ ਕਿ ਸਿੱਧੂ ਨੂੰ ਕੁਝ ਨਾ ਕੁਝ ਥੋੜਾ ਬਹੁਤਾ ਐਡਜਸਟ ਕਰਕੇ ਕੀਤਾ ਜਾਏ, ਲੇਕਿਨ ਨਾਲ ਰੱਖਿਆ ਜਾਏ ਡਿਪਟੀ ਸੀਐਮ ਜਾਂ ਪ੍ਰੈਜ਼ੀਡੈਂਟ ਜਿਹੜਾ ਕਾਂਗਰਸ ਕਮੇਟੀ ਜੇ ਉਹ ਬਣਾ ਕੇ ਇਹੋ ਜਿਹੀਆਂ ਪਦਵੀਆਂ ਦੀ ਗੱਲ ਕੋਈ ਨਹੀਂ ਹੋਣੀ। ਜੇ ਹੋਣੀ ਹੈ ਤੇ ਕਿਸੇ ਵੱਖਰੇ ਮਹਿਕਮੇ ਦੇ ਵਿੱਚ ਜੇਕਰ ਮੰਨ ਲਿਆ ਜਾਏ ਕਿ ਉਹਨੂੰ ਕੋਈ ਵਜ਼ਾਰਤ ਦੇ ਦਿੱਤੀ ਜਾਏ ਤਾਂ ਵਜ਼ਾਰਤ ਵਿੱਚ ਆ ਜਾਏ ਤੇ ਇਹ ਤੋਂ ਵੱਧ ਕੁਝ ਨਹੀਂ ਹੋਣਾ। ਤੇ ਇਸ ਵੇਲੇ ਉਹਨੂੰ ਵਜ਼ਾਰਤ ਨਾਲੋਂ ਇਸ਼ੂ ਦਾ ਮਗਰ ਜਾਣਾ ਚਾਹੀਦਾ ਹੈ। 6 ਮਹੀਨੇ 'ਚ ਵਜ਼ਾਰਤ ਲੈ ਕੇ ਵੀ ਤਾਂ ਕੀ ਕਰ ਲੈਣਾ ਉਹਨਾਂ ਨੇ। ਸੋ ਉਹ ਡਾਇਰੈਕਸ਼ਨਲੈਸ ਹੋ ਗਿਆ ਜਦੋਂ ਉਹਨੇ ਆਪਣੇ ਅਹੁਦੇ ਦੀ ਖਾਤਰ ਲੜਾਈ ਆਰੰਭ ਕਰਤੀ, ਇਸ਼ੂ ਪਿੱਛੇ ਕਰਤੇ। ਸੁਖਜਿੰਦਰ ਰੰਧਾਵਾ ਨੇ ਆਪਣੇ ਅਹੁਦਿਆਂ ਨੂੰ ਪਿੱਛੇ ਛੱਡ ਕੇ ਉਹਨੇ ਇਸ਼ੂ ਦੇ ਉੱਤੇ ਲੜਾਈ ਸ਼ੁਰੂ ਕੀਤੀ, ਜਿਸ ਕਰਕੇ ਉਹਦਾ ਰੁਤਬਾ ਇਹਦੇ ਨਾਲੋਂ ਨਵਜੋਤ ਸਿੱਧੂ ਨਾਲੋਂ ਉੱਚਾ ਹੋ ਗਿਆ। ਜੀ ਬਹੁਤ 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 ਮਿਹਰਬਾਨੀ ਡਾਕਟਰ ਸਾਹਿਬ। ਇਹ ਸਵਾਲ ਅਗਲੇ ਦਿਨਾਂ 'ਚ ਹੋਰ ਵੱਡੇ ਹੋਣ ਵਾਲੇ ਆ। ਇਸ ਲੜਾਈ ਨੇ ਅਜੇ ਵਿਸਥਾਰ ਲੈਣਾ ਹੈ। ਹਾਲਾਂਕਿ ਇਹ ਇੱਕ ਵਾਰੀ ਸ਼ਾਂਤ ਹੋ ਜਾਊਗਾ, ਲੇਕਿਨ ਅੰਦਰ ਹੀ ਅੰਦਰ ਜਿੰਨਾ ਚਿਰ ਮੁੱਦੇ ਐਡਰੈਸ ਨਹੀਂ ਹੁੰਦੇ ਉਹਨਾਂ ਚਿਰ ਇਹਨੇ ਧੁਖਦੀ ਰਹਿਣਾ। ਹਰੇਕ ਐਮਐਲਏ ਜਿਹਨੇ ਇਲੈਕਸ਼ਨ ਲੜਨੀ ਹੈ ਉਹਦੇ ਅੰਦਰ ਇਹ ਫਿਕਰ ਹੈ ਕਿ ਜੇ ਇਹੀ ਹਾਲਾਤ ਰਹੇ, ਸਟੇਟਸ ਕੋ ਰਿਹਾ ਤੇ ਮੁੜ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜੀਆਂ ਨਹੀਂ ਜਾਣੀਆਂ। ਇਹ ਫਿਕਰ ਸਾਰਿਆਂ ਦੇ। ਰੰਧਾਵਾ ਸਾਹਿਬ ਇੱਕ ਗੱਲ ਤਾਂ ਸਮਝੋ ਕਿ ਅਜੇ ਇੱਕ ਵਾਰੀ ਉਬਾਲ ਆਉਣਾ ਹੈ, ਬਵਾਲ ਹੋਣਾ ਹੈ, ਜਿਸ ਵੇਲੇ ਇਹ ਰਿਪੋਰਟ ਜਿਹੜੀ ਹੈ ਬਾਹਰ ਆਏਗੀ। ਅਜੇ ਤੇ ਕਿਆਸ ਚੱਲ ਰਹੀਆਂ ਨੇ। ਉਸ ਤੋਂ ਬਾਅਦ ਜਿਹੜਾ ਉਹਨੂੰ ਕੈਪਟਨ ਤੇ ਬਾਕੀ ਸਾਰੇ ਖੇਮੇ ਆਪਣੇ ਭਵਿੱਖ ਨੂੰ ਸਾਹਮਣੇ ਰੱਖ ਕੇ ਕਿਵੇਂ ਕਰਦੇ ਨੇ, ਉਹ ਇੱਕ ਅਗਲਾ ਜਿਹੜਾ ਉਹ ਸਟੈਪ ਹੋਏਗਾ। ਲੇਕਿਨ ਅਲਟੀਮੇਟਲੀ ਕਾਂਗਰਸ ਵਿੱਚ, ਜਿਵੇਂ ਕਾਂਗਰਸ ਦੀ ਹਰ ਪੋਲੀਟੀਕਲ ਪਾਰਟੀ 'ਚ ਇਹ ਸਾਰੇ ਉਬਾਲ ਤੋਂ ਬਾਅਦ ਸ਼ਾਂਤ ਹੋ ਜਾਂਦਾ ਔਰ ਅਗਲੀ ਲੜਾਈ ਲਈ ਇਕੱਠੇ ਤਿਆਰ ਹੋ ਜਾਂਦੇ ਨੇ। ਇਹਦੀ ਉਮੀਦ ਜਿਹੜੀ ਹੈ ਕਾਂਗਰਸ ਕੋਲ ਕੀਤੀ ਜਾ ਸਕਦੀ ਹੈ ਔਰ ਇਹ ਮੰਨ ਕੇ ਚੱਲਿਆ ਜਾ ਸਕਦਾ ਹੈ ਕਿ ਜੇ ਥੋੜ੍ਹਾ ਜਿਹਾ ਇਕੱਠੇ ਹੋ ਕੇ ਵੀ ਚੱਲਣਗੇ ਤੇ ਅਗਲੀ ਵਾਰੀ ਜੇਕਰ ਇੰਨੇ ਐਮਐਲਏ ਨਾ ਜਿਤਾ ਸਕਣ ਲੇਕਿਨ ਫਿਰ ਵੀ ਕੰਫਰਟੇਬਲ ਮੈਜੋਰਟੀ ਦੇ ਵਿੱਚ ਆ ਸਕਦੇ ਨੇ। ਚੀਫ ਮਿਨਿਸਟਰ ਕੌਣ ਹੋਏਗਾ ਉਹਦੇ ਤੇ ਜੇ ਪ੍ਰਸ਼ਨ ਚਿੰਨ੍ਹ ਲੱਗੇਗਾ। ਲੇਕਿਨ ਜੇ ਤੁਸੀਂ ਮੁੱਦੇ ਐਡਰੈਸ ਨਹੀਂ ਕਰੋਗੇ ਤਾਂ ਕੋਈ ਉਮੀਦ ਵੀ ਨਹੀਂ ਰੱਖ ਸਕਦੇ, ਕਿਉਂਕਿ ਪੰਜਾਬ ਦੇ ਲੋਕ ਹੱਥਾਂ 'ਚ ਥੁੱਕੀ ਫਿਰਦੇ ਆ ਕਿ ਜਿਹੜਾ ਵੀ ਪੰਜਾਬ ਵੱਲ ਨਾ ਖਲੋਤਾ, ਕਿਉਂਕਿ ਅਜੇ ਕਿਸਾਨ ਜਥੇਬੰਦੀਆਂ ਦਾ ਵੀ ਕਲੈਰਿਟੀ ਨਹੀਂ ਹੋਈ, ਚੇਤਨਾ ਦਾ ਪੱਧਰ ਪੰਜਾਬ ਦੇ ਅੰਦਰ ਵਧਿਆ ਹੈ ਔਰ ਕੁਝ ਵੀ ਸੰਭਵ ਹੈ। ਲਾਸਟ ਮੂਮੈਂਟ ਤੱਕ ਕੋਈ ਵੀ ਕਿਸੇ ਲਹਿਰ ਦੇ ਆਉਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਡਾਕਟਰ ਸਾਹਿਬ ਵੇਖੋ ਕੀ ਹੁੰਦਾ ਹੈ, ਅਸੀਂ ਲਗਾਤਾਰ ਜੁੜਦੇ ਰਵਾਂਗੇ। ਠੀਕ, ਬਹੁਤ ਮਿਹਰਬਾਨੀ, ਸ਼ੁਕਰੀਆ।